ਸਾਰੇ ਹੀ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਅੱਜ ਆਪਾਂ ਪੜਾਂਗੇ ਸ਼੍ਰੀ ਗੁਰੂ ਅਮਰਦਾਸ ਜੀ ਉਹਦਾ ਅਗਲਾ ਪਾਰਟ 2। ਗੁਰੂ ਅਮਰਦਾਸ ਜੀ ਦੀਆਂ ਜਿਹੜੀਆਂ ਵੱਡੀਆਂ ਰਚਨਾਵਾਂ ਨੇ ਉਹ ਹੈ ਆਨੰਦ ਸਾਹਿਬ, ਪੱਟੀ, ਅਲਾਉਣੀਆਂ, ਵਾਰਸਤ, ਜਿਹਨੂੰ ਕਿ ਸਤਵਾਰਾ ਵੀ ਆਖਦੇ ਹਨ। ਜਿਹੜੀਆਂ ਫੁਟਕਲ ਰਚਨਾਵਾਂ ਨੇ ਉਹ ਹਨ ਤਿਪਦੇ, ਚੌਪਦੇ, ਪੰਚਪਦੇ, ਛੰਤ, ਅਸ਼ਟਪਦੀ, ਸੋਲਹੇ। ਤਾਂ ਇਹਨੂੰ ਯਾਦ ਕਰਨ ਵਾਸਤੇ ਆਪਾਂ ਇੱਕ ਫਾਰਮੂਲਾ ਬਣਾਇਆ ਹੋਇਆ ਹੈ ਜਿਸ ਨਾਲ ਤੁਹਾਨੂੰ ਯਾਦ ਰਹਿ ਜਾਵੇ। ਉਸ ਲਈ ਇੱਥੇ ਤਿਪਦੇ ਹੈ 3, ਚੌਪਦੇ ਹੈ 4, ਪੰਚਪਦੇ ਹੈ 5, ਛੰਤ ਹੈ 6 ਨਾਲ ਮਿਲਦਾ 6, ਅਸ਼ਟਪਦੀ 8, ਸੋਲਹੇ ਉਹ ਹੈ 16, ਕਿਉਂਕਿ ਸੋਲਹੇ 16 ਪਦਾਂ ਦੀ ਰਚਨਾ ਹੁੰਦੀ ਹੈ, ਇਸ ਕਾਰਨ 16। ਤਾਂ ਆਪਾਂ ਇਸ ਤਰੀਕੇ ਨਾਲ ਯਾਦ ਕਰ ਲੈਣਾ ਬਈ 3, 4, 5, 6, 8 ਔਰ 8 दूनी 16। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਉਹ ਆਉਂਦੀ ਹੈ ਕਿ ਭਾਸ਼ਾ ਸ਼ੈਲੀ ਕਿਸ ਪ੍ਰਕਾਰ ਦੀ ਹੈ ਗੁਰੂ ਸਾਹਿਬ ਦੀ। ਤਾਂ ਇਸ ਲਈ ਗੁਰੂ ਅਮਰਦਾਸ ਜੀ ਉਹਨਾਂ ਦੀ 10ਵੀਂ ਜਮਾਤ ਦੇ ਅੰਦਰ ਜਿਹੜਾ ਪਾਠ ਹੈ ਉਸ ਦੇ ਵਿੱਚ ਇਹ 4 ਕਾਵ ਟੋਟੇ ਹੈ ਸ਼ਾਮਿਲ ਕੀਤੇ ਗਏ ਹਨ। ਤੇ ਕਈ ਵਿਦਿਆਰਥੀਆਂ ਨੇ ਕਿਹਾ ਵੀ ਸੀਗਾ ਕਿ 9ਵੀਂ ਤੋਂ 12ਵੀਂ ਦਾ ਕੋਰਸ ਵੀ ਇਹ ਨਾਲ ਲੈ ਕੇ ਚੱਲਣਾ ਹੈ, ਤਾਂ ਉਸ ਲਈ ਉਹਨੂੰ ਵੀ ਆਪਾਂ ਥੋੜਾ ਇਸ ਤੇ ਵਿਚਾਰਨਾ ਪਾਉਂਦੇ ਹੋਏ ਵਿਚਾਰ ਕਰਦੇ ਹੋਏ ਚੱਲਾਂਗੇ। ਜਿਹੜਾ ਸ਼ਬਦ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹ ਕਾਵ ਟੋਟਾ ਹੈ ਜਿਹੜਾ ਆਪਣੇ 10ਵੀਂ ਜਮਾਤ ਦੀ ਕਵਿਤਾ ਭਾਗ ਹੈ ਉਸ ਦੇ ਅੰਦਰ ਸ਼ਾਮਲ ਹੈ। ਇਹਦਾ ਜਿਹੜਾ ਕੇਂਦਰੀ ਭਾਵ ਹੈ ਉਸ ਨੂੰ ਆਪਾਂ ਸਮਝਾਂਗੇ, ਕਿਉਂਕਿ ਪੂਰਾ ਜਦੋਂ ਆਪਾਂ ਪਾਠ ਪੜ੍ਹਾਵਾਂਗੇ ਤਾਂ ਕਾਫੀ ਸਮਾਂ ਲੱਗ ਜਾਏਗਾ। ਪਰੰਤੂ ਫਿਰ ਵੀ ਅਗਰ ਕਿਸੇ ਨੂੰ ਸਮੱਸਿਆ ਆਈ, ਪਾਠ ਵੀ ਪੜ੍ਹਾਉਣਾ ਪਿਆ ਤਾਂ ਆਪਾਂ ਉਹ ਵੀ ਪੜ੍ਹਾਵਾਂਗੇ ਅਗਰ ਕਿਸੇ ਦੇ ਸਮੱਸਿਆ ਆਵੇ ਤਾਂ। ਹੁਣ ਅਗਰ ਆਪਾਂ ਕੇਂਦਰੀ ਭਾਵ ਦੀ ਗੱਲ ਕਰੀਏ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਸ ਵਿੱਚ ਗੁਰੂ ਸਾਹਿਬ ਨੇ ਕਿਹਾ ਹੈ ਮਨ, ਬਈ ਜਿਹੜਾ ਆਪਣਾ ਮਨ ਹੈ ਉਹ ਉਸ ਪਰਮਾਤਮਾ ਦਾ ਜੋਤ ਦੇ ਸਰੂਪ ਹੈ। ਆਪਾਂ ਨੂੰ ਆਪਣੇ ਮੂਲ ਨੂੰ ਪਛਾਣਨਾ ਹੈ, ਕਿਉਂਕਿ ਅਕਸਰ ਬੰਦਾ ਕੀ ਹੁੰਦਾ ਹੈ ਕਿ ਪਰਮਾਤਮਾ ਨੂੰ ਬਾਹਰ ਲੱਭਦਾ ਹੈ, ਪਰੰਤੂ ਜਿਹੜਾ ਪਰਮਾਤਮਾ ਹੈ ਉਹ ਮਨ ਦੇ ਅੰਦਰ ਵਸਿਆ ਹੋਇਆ ਹੈ। ਤੇ ਆਪਾਂ ਆਪਣੇ ਅਸਲ ਦੇ ਨਾਲ ਜੁੜਨਾ ਹੈ, ਆਪਾਂ ਆਪਣੇ ਮੂਲ ਦੇ ਨਾਲ ਜੁੜਨਾ ਹੈ, ਆਤਮਾ ਨੇ ਪਰਮਾਤਮਾ ਦੇ ਨਾਲ ਜੁੜਨਾ ਹੈ। ਇਹ ਜਿਹੜਾ ਇਸ ਕਾਵ ਟੋਟੇ ਦਾ ਭਾਵ ਹੈਗਾ ਹੈ। ਉਸ ਤੋਂ ਅੱਗੇ ਅਗਲਾ ਹੈ ਜਿਹੜਾ ਕਾਵ ਟੋਟਾ ਸ਼ਾਮਲ ਹੈ ਸਤੀਆ ਇਹ ਨਾ ਆਖੀਨ ਜੋ ਮੜਿਆ ਲੱਗ ਜਲਨ। ਇਸ ਦੇ ਬਾਰੇ ਜਦੋਂ ਆਪਾਂ ਪਹਿਲਾ ਪਾਠ ਕਰਾਇਆ ਉਸ ਦੇ ਵਿੱਚ ਚੰਗੀ ਤਰ੍ਹਾਂ ਵਿਚਾਰ ਚਰਚਾ ਕੀਤੀ ਹੈ, ਤੁਸੀਂ ਉੱਥੇ ਦੇਖ ਸਕਦੇ ਹੋ। ਇੱਕ ਵਾਰ ਫਿਰ ਥੋੜਾ ਜਿਹਾ ਮੈਂ ਦੱਸਦਾ ਹੋਇਆ ਅੱਗੇ ਵਧਾਂ। ਸਤਿਆ ਇਹ ਨਾ ਆਖੀਆ ਜੋ ਮੜੀਆਂ ਲੱਗ ਜਲਨ। ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਸੀ, ਕਿਉਂਕਿ ਉਸ ਸਮੇਂ ਸਤੀ ਪ੍ਰਥਾ ਜ਼ੋਰਾਂ ਤੇ ਸੀਗੀ ਤੇ ਜਿਹੜੀਆਂ ਇਸਤਰੀਆਂ ਹਨ ਉਹ ਆਪਣੇ ਜੀਵਨ ਸਾਥੀ ਦੇ ਨਾਲ ਸਤੀ ਹੋ ਜਾਂਦੀਆਂ ਸੀ, ਬਲ ਜਾਂਦੀਆਂ ਸਨ। ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਪ੍ਰਥਾ ਦਾ, ਕੁਰੀਤੀ ਦਾ ਵਿਰੋਧ ਕੀਤਾ, ਕਿਹਾ ਕਿ ਆਪਾਂ ਨੂੰ ਆਪਣੇ ਜੀਵਨ ਸਾਥੀ ਨਾਲ ਬਣਨ ਦੀ, ਸਤੀ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਅਸਲੀ ਸਤੀ ਉਹ ਹੈ ਜੋ ਪਰਮਾਤਮਾ ਦੇ ਬਿਰਹ ਦੇ ਵਿੱਚ ਸੜਦੀ ਹੈ, ਬਲਦੀ ਹੈ। ਪਹਿਲਾਂ ਇਹਦਾ ਅਰਥ ਕਰੀਏ। ਅਰਥ ਦੇ ਵਿੱਚ ਇਹਦਾ ਆ ਸੀ ਬਈ ਸਤੀਆ ਇਹ ਨਾ ਆਖੀਨ, ਉਹ ਸਤੀਆਂ ਨਹੀਂ ਹੈ ਜੋ ਮੜੀਆਂ ਦੇ ਵਿੱਚ ਲੱਗ ਕੇ ਜਲਦੀਆਂ ਨੇ। ਅਸਲੀ ਸਤੀ ਉਹ ਹੈ ਜੋ ਬਿਰਹ ਦੀ ਚੋਟ ਮਰਦੀ ਹੈ। ਕਹਿਣ ਦਾ ਭਾਵ ਅਸਲੀ ਸਤੀ ਇੱਥੇ ਸਤੀ ਰੂਪ ਦੇ ਵਿੱਚ ਦਰਸਾਇਆ ਗਿਆ ਹੈ। ਬਈ ਆਪਾਂ ਨੂੰ ਸਤੀ ਹੋਣ ਦੀ ਜ਼ਰੂਰਤ ਨਹੀਂ ਹੈ। ਜੇ ਆਪਾਂ ਸਤੀ ਹੋਣਾ ਹੈ ਤਾਂ ਉਸ ਪਰਮਾਤਮਾ ਦੇ ਬਿਰਹ ਦੇ ਵਿੱਚ ਬਣਨਾ ਹੈ, ਉਸ ਬਿਰਹ ਦੀ ਅੱਗ ਦੇ ਵਿੱਚ ਬਣਨਾ ਹੈ, ਉਸ ਪਰਮਾਤਮਾ ਦੇ ਨਾਮ ਨਾਲ, ਬੰਦਗੀ ਨਾਲ ਜੁੜਨਾ ਹੈ, ਉਸ ਲਈ ਮਰਨਾ ਹੈ, ਨਾ ਕਿ ਆਪਣੇ ਜੀਵਨ ਸਾਥੀ ਨਾਲ ਮਰ ਕੇ ਆਪਣੀ ਜ਼ਿੰਦਗੀ ਹੈ ਜੋ ਤਬਾਹ ਕੀਤੀ ਜਾਵੇ। ਇਸ ਬਾਰੇ ਸਤੀ ਪ੍ਰਥਾ ਦਾ ਵਿਰੋਧ ਕਰਦੇ ਹੋਏ ਔਰ ਇੱਕ ਚੰਗਾ ਮੈਸੇਜ ਹੈ ਸਮਾਜ ਦੇ ਅੰਦਰ ਦਿੱਤਾ, ਔਰ ਅਧਿਆਤਮਕ ਰੂਪ ਹੈ
ਤਾਂ ਇੱਥੇ ਆਤਮਾ ਨੂੰ ਪਰਮਾਤਮਾ ਦੇ ਉੱਤੋਂ ਨਿਛਾਵਰ ਹੋਣ ਦੀ ਗੱਲ ਕੀਤੀ ਹੈ। ਬਾਈ ਆਪਾਂ ਪਰਮਾਤਮਾ ਦੇ ਬਿਰਹ ਦੇ ਵਿੱਚ ਬਲਣਾ ਹੈ। ਅਗਲਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਜਿਹੜਾ ਅਗਲਾ ਸ਼ਬਦ ਹੈ ਉਸ ਵਿੱਚ ਦੱਸਿਆ ਗਿਆ ਹੈ ਜਗਤ ਹੈ ਉਹ ਸਾਰਾ ਵਿਕਾਰਾਂ ਦੀ ਅਗਨੀ ਦੇ ਵਿੱਚ ਵਲ ਰਿਹਾ ਹੈ, ਕਿਉਂਕਿ ਆਪਾਂ ਵੇਖ ਰਹੇ ਹਾਂ ਹਰ ਪਾਸੇ ਮਨੁੱਖ ਦੇ ਅੰਦਰ ਜਿਹੜੇ ਵਿਕਾਰ ਨੇ ਉਹ ਜ਼ਿਆਦਾ ਨੇ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਵਿਕਾਰ ਦੱਸੇ ਗਏ ਨੇ। ਮਨੁੱਖ ਹੈ ਜੋ ਇਸ ਵਿਕਾਰਾਂ ਦੇ ਵਿੱਚ ਵਲ ਰਿਹਾ ਹੈ, ਤਾਂ ਗੁਰੂ ਸਾਹਿਬ ਬੇਨਤੀ ਕਰਦੇ ਹੈ ਕਿ ਸਾਨੂੰ ਇਹ ਸਾਰਾ ਜਗਤ ਵਿਕਾਰਾਂ ਵਿੱਚ ਵਲ ਰਿਹਾ ਹੈ, ਇਸ ਵਿਕਾਰਾਂ ਦੇ ਵਿੱਚੋਂ ਕੱਢ ਕੇ ਆਪਣੀ ਕਿਰਪਾ ਦੇ ਨਾਲ ਤੂੰ ਆਪਣੇ ਨਾਲ ਲਗਾ ਲੈ, ਆਪਣੀ ਤਰਫ ਜੋੜ ਲੈ। ਅਗਲਾ ਹੈ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਸਰੀਰ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਨੇ, ਜਿਹੜੀ ਆਹ ਕਾਵ ਟੋਟਾ ਹੈ ਆਪਣੀ ਕਿਤਾਬ 'ਚ ਲਿੱਤਾ ਗਿਆ ਹੈ, ਉਹ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਰਾਮਕਲੀ ਮਹੱਲਾ ਤੀਜਾ ਆਨੰਦ ਸਾਹਿਬ ਦੇ ਵਿੱਚੋਂ ਲਿਆ ਗਿਆ ਹੈ। ਰਾਮਕਲੀ ਇਹਦੀ ਰਾਗ ਹੈ ਬਈ, ਆਨੰਦ ਸਾਹਿਬ ਦੇ ਵਿੱਚੋਂ ਲਿੱਤਾ ਹੋਇਆ ਗਿਆ ਇਹ ਕਾਵ ਟੋਟਾ ਹੈ। ਆਨੰਦ ਸਾਹਿਬ ਦੇ ਵਿੱਚੋਂ ਲਿੱਤਾ ਗਿਆ ਹੈ ਔਰ ਇਸ ਵਿੱਚ ਸਰੀਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਹੈ, ਇਹ ਸਰੀਰਾ ਮੇਰਿਆ ਹੈ ਮੇਰੇ ਸਰੀਰਾ, ਤੇਰੇ ਵਿੱਚ ਉਸ ਪਰਮਾਤਮਾ ਨੇ ਜੋਤ ਰੱਖੀ ਤਾਂ ਤੂੰ ਇਸ ਜਗ ਵਿੱਚ ਆਇਆ। ਜਦੋਂ ਵੀ ਆਪਾਂ ਕੋਈ ਵੀ ਕਾਵਬੰਦ ਪੜ੍ਹਦੇ ਆ, ਪੰਕਤੀ ਪੜ੍ਹਦੇ ਆ, ਤਾਂ ਅਰਥ ਕਰਨਾ ਬੜਾ ਹੀ ਆਸਾਨ ਹੁੰਦਾ ਹੈ। ਉਤਲਿਆਂ ਦਾ ਅਰਥ ਆਪਾਂ ਕਰ ਹੀ ਲਿਆ, ਜਿਵੇਂ ਦਾ ਕਰੇ ਇਹ ਸਰੀਰਾ ਮੇਰਿਆ, ਜੇ ਸਹੀ ਥਾਂ ਵਿਸਰਾਮ ਲੱਗ ਗਿਆ ਤੇ ਬਾਣੀ ਦਾ ਅਰਥ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਤੁਸੀਂ ਪਿਆਰ 'ਚ ਡੁੱਬ ਕੇ ਪੜੋਗੇ ਔਰ ਸਹੀ ਥਾਂ ਵਿਸਰਾਮ ਲਾਓਗੇ ਤਾਂ ਅਰਥ ਆ ਜਾਵੇਗਾ। ਇਹ ਸਰੀਰਾ ਮੇਰਿਆ, ਸਰੀਰ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਨੇ, ਹਰ ਤੁਮ ਮੈਂ ਜੋਤ ਰੱਖੀ। ਉਸ ਪਰਮਾਤਮਾ ਨੇ, ਹਰ ਮਾਨੇ ਪਰਮਾਤਮਾ, ਉਸ ਪਰਮਾਤਮਾ ਨੇ ਤੇਰੇ ਵਿੱਚ ਜੋਤ ਰੱਖੀ ਹੈ। ਆਪਣੇ 'ਚ ਆਤਮਾ ਰੂਪੀ ਜੋਤ ਹੈ, ਜਿੰਨੀ ਦੇਰ ਤੱਕ ਉਹ ਆਪਣੇ ਅੰਦਰ ਹੈ ਆਪਾਂ ਜੀ ਰਹੇ ਹਾਂ। ਜਦੋਂ ਉਹ ਚਲੀ ਗਈ ਤਾਂ ਬੰਦੇ ਦਾ ਸਰੀਰ ਮਿੱਟੀ ਦੇ ਸਮਾਨ ਹੈ। ਤਾਂ ਤੂੰ ਜਗ ਮੈਂ ਆਇਆ, ਤਾਂ ਤੂੰ ਇਸ ਜਗ ਦੇ ਵਿੱਚ ਆਇਆ ਸੀ, ਜੋਤ ਰੱਖੀ। ਉਸ ਪਰਮਾਤਮਾ ਨੇ ਗਰਭ ਦੇ ਵਿੱਚ ਜੋਤ ਰੱਖਤੀ ਔਰ ਉਸ ਤਰੀਕੇ ਨਾਲ ਜਨਮ ਹੋਇਆ ਬੱਚੇ ਦਾ। ਤੇ ਅੱਗੇ ਦੱਸਿਆ ਗਿਆ ਹੈ, ਹਰ ਜੋਤ ਰੱਖੀ ਤੁਧ ਵਿੱਚ, ਉਸ ਪਰਮਾਤਮਾ ਨੇ ਤੇਰੇ ਵਿੱਚ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਤਾਂ ਤੂੰ ਜਗ ਦੇ ਵਿੱਚ ਆਇਆ ਹੈ। ਤਾਂ ਇਸ ਤਰੀਕੇ ਨਾਲ ਆਪਾਂ ਦੇਖ ਰਹੇ ਹਾਂ ਕਿ ਗੁਰੂ ਸਾਹਿਬਾਂ ਦੀ ਜਿਹੜੀ ਭਾਸ਼ਾ ਸ਼ੈਲੀ ਹੈ ਉਹਦੇ ਗੁਣ ਕੀ ਹਨ। ਤੇ ਆਪਾਂ ਨੂੰ ਇੱਕ ਗੱਲ ਹੈ, ਭਲਾ ਆਪਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੀਏ, ਅੰਗਦ ਦੇਵ ਜੀ ਪੜ੍ਹੀਏ, ਅਮਰਦਾਸ ਜੀ ਦੀ ਬਾਣੀ ਪੜ੍ਹੀਏ, ਤਾਂ ਇਹਨਾਂ ਦੀ ਬਾਣੀ ਦੀ ਖਾਸ ਖਾਸੀਅਤ ਹੁੰਦੀ ਹੈ। ਭਲਾ ਕੋਈ ਵੀ ਲਿਖਾਰੀ ਹੋਵੇ ਉਹਦੀ ਇੱਕ ਖਾਸ ਕਿਸਮ ਦੀ ਭਾਸ਼ਾ ਸ਼ੈਲੀ ਹੁੰਦੀ ਹੈ, ਉਹ ਉਹੀ ਤਰੀਕਾ ਦੀ ਭਾਸ਼ਾ ਸ਼ੈਲੀ ਉਹਦੀ ਬਣੀ ਹੁੰਦੀ ਹੈ, ਉਸ ਤਰੀਕੇ 'ਚ ਲਿਖਦਾ ਹੈ ਜਿਸ ਨਾਲ ਆਪਾਂ ਉਹਦੀਆਂ ਕਾਵ ਤੁਕਾਂ ਜਦੋਂ ਪੜ੍ਹਦੇ ਹਾਂ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਆਹ ਕਾਵ ਤੁਕਾਂ ਇਸ ਲਿਖਾਰੀ ਦੀਆਂ ਹੋ ਸਕਦੀਆਂ ਹਨ। ਇਸੇ ਤਰੀਕੇ ਨਾਲ ਅਗਰ ਕਿਸੇ ਵੀ ਗੁਰੂ ਸਾਹਿਬ ਦੀ ਤੁਕ ਆਉਂਦੀ ਹੈ, ਜਾਂ ਆਪਾਂ ਹੁਣ ਅੱਜ ਗੱਲ ਕਰ ਰਹੇ ਹਾਂ ਗੁਰੂ ਅਮਰਦਾਸ ਜੀ ਦੀ, ਜੇ ਗੁਰੂ ਅਮਰਦਾਸ ਜੀ ਦੀ ਕੋਈ ਵੀ ਕਾਵ ਤੁਕ ਆਉਂਦੀ ਹੈ ਤਾਂ ਆਪਾਂ ਉਹਨੂੰ ਪੜ੍ਹ ਕੇ ਵੀ ਦੱਸ ਸਕਦੇ ਹਾਂ ਕਿ ਆਹ ਸ੍ਰੀ ਗੁਰੂ ਅਮਰਦਾਸ ਜੀ ਦੀ ਤੁਕ ਹੈ। ਇਹਨਾਂ ਦੇ ਵਿੱਚ ਇਹਨਾਂ ਦੀ ਭਾਸ਼ਾ ਸ਼ੈਲੀ ਸੀ, ਉਹਦੇ ਵਿੱਚ ਕਈ ਖਾਸ ਗੁਣ ਨੇ, ਉਹਦੀ ਆਪਾਂ ਗੱਲ ਕਰਾਂਗੇ। ਜਿਵੇਂ ਕਿ ਪਹਿਲਾ ਗੁਣ ਹੈ ਦੁਹਰਾ ਦਾ। ਗੁਰੂ ਅਮਰਦਾਸ ਜੀ ਨੇ ਦੁਹਰਾ ਦੇ ਗੁਣ ਦਾ ਇਸਤੇਮਾਲ ਕੀਤਾ ਗਿਆ ਹੈ। ਜਿਵੇਂ ਦੇਖੋ, ਇਹ ਸਰੀਰਾ ਮੇਰਿਆ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ। ਆ ਦੇਖੋ ਜੋਤ ਰੱਖੀ ਹੈ, ਆ ਸ਼ਬਦ ਹੈ, ਦੁਬਾਰਾ ਰਿਪੀਟ ਹੋਊਗਾ, ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ। ਇੱਥੇ ਕੀ ਹੈ? ਦੁਹਰਾਓ, ਦੁਹਰਾਓ ਆ ਰਿਹਾ ਹੈ ਬਾਰ-ਬਾਰ। ਤਾਂ ਦੁਹਰਾਓ ਦੇ ਕਾਰਨ ਕੀ ਹੈ ਕਿ ਆਪਾਂ ਪਛਾਣ ਸਕਦੇ ਹਾਂ ਕਿ ਬਾਰ-ਬਾਰ ਦੁਹਰਾਓ ਆ ਰਿਹਾ ਹੈ, ਤਾਂ ਇਹ ਬਾਣੀ ਹੈ ਅਮਰਦਾਸ ਜੀ ਦੀ ਹੋ ਸਕਦੀ ਹੈ। ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਵੀ ਦੁਹਰਾਓ ਹੈ, ਪਰੰਤੂ ਉਸ ਵਿੱਚ ਜਿਹੜਾ ਦੁਹਰਾਓ ਹੈ ਉਹਦਾ ਤਰੀਕਾ ਥੋੜਾ ਵੱਖਰਾ ਹੈ, ਇਸ ਦਾ ਤਰੀਕਾ ਥੋੜਾ ਵੱਖਰਾ ਹੈ। ਜਦੋਂ ਆਪਾਂ ਆਨੰਦ ਸਾਹਿਬ ਪੜ੍ਹਦੇ ਹਾਂ ਉਦੋਂ ਦੇਖਦੇ ਹਾਂ, ਜਿਵੇਂ ਰਾਮਕਲੀ ਮਹੱਲਾ ਤੀਜਾ ਆਨੰਦ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਫਿਰ ਦੁਬਾਰਾ ਸਤਿਗੁਰ ਤਾਂ ਪਾਇਆ, ਸਤਿਗੁਰ ਮੈਂ ਪਾਇਆ, ਫਿਰ ਦੁਬਾਰਾ ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਇਹ ਸ਼ਬਦ ਹੈ, ਤੁਹਾਨੂੰ ਯਾਦ ਹੀ ਹੋਣਾ ਹੈ। ਤਾਂ ਇਸ ਵਿੱਚ ਵੀ ਕੀ ਹੈ ਕਿ ਦੁਬਾਰਾ ਦੁਹਰਾਓ, ਔਰ ਇਸ ਦੁਹਰਾਓ ਨਾਲ ਕੀ ਹੋਇਆ ਹੈ ਕਿ ਹੋਰ ਜ਼ਿਆਦਾ ਰੰਗਤ ਆਈ ਹੈ, ਹੋਰ ਜ਼ਿਆਦਾ ਸਵਾਦ ਹੈ ਜਿਹੜਾ ਉਹ ਆਇਆ ਹੈਗਾ ਹੈ। ਤੇ ਦੁਹਰਾਓ ਦਾ ਗੁਣ ਹੋ ਗਿਆ। ਔਰ ਇੱਕ ਆਪਾਂ ਦੇਖ ਰਹੇ ਹਾਂ, ਅਗਲੀ ਜਿਹੜੀ ਗੱਲ ਹੈ ਉਹ
ਤੁਸੀਂ 10ਵੀਂ ਜਮਾਤ ਦੀ ਜਦੋਂ ਕਿਤਾਬ ਦੇਖੋਗੇ ਉਸ ਦੇ ਵਿੱਚ ਵੀ ਜਦੋਂ ਸਾਰੇ ਕਾਵਬੰਦ ਪੜੋਗੇ ਤਾਂ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਕੋਈ ਜਿਹੜੀ ਪਹਿਲੀ ਤੁਕ ਹੈ ਉਹ ਥੋੜੀ ਵੱਡੀ ਹੈ, ਦੂਜੀ ਤੁਕ ਹੈ ਛੋਟੀ ਹੈ। ਤੇ ਇਸ ਦਾ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ, ਜਿਵੇਂ ਆ ਰਿਹਾ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਆਹ ਤੁਕ ਹੈ ਜਿਹੜੀ ਵੱਡੀ ਹੈ, ਪਰੰਤੂ ਇਸ ਤੋਂ ਜਿਹੜੀ ਅਗਲੀ ਤੁਕ ਹੈ ਉਹ ਕੀ ਹੈ, ਛੋਟੀ ਹੈ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਆਹ ਜਿਹੜੀ ਤੁਕ ਹੈ ਇਸ ਤੋਂ ਛੋਟੀ ਹੈ। ਤਾਂ ਇਹਨਾਂ ਨੇ ਕੀ ਕੀਤਾ ਹੈ ਕਿ ਲੰਬੇ ਬਹਿਰਾਂ ਦਾ ਇਸਤੇਮਾਲ ਕੀਤਾ ਹੈ। ਇੱਕ ਤਾਂ ਲੰਬੇ ਬਹਿਰ ਹੈ ਬਈ, ਪਹਿਲੀ ਲਾਈਨ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਬਈ ਲੰਬੀਆਂ ਲੰਬੀਆਂ ਲੈਣਾ ਹੈ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਤੇ ਇਹਨਾਂ ਨੇ ਲੰਬੇ ਬਹਿਰ ਦਾ ਕਾਫੀ ਇਸਤੇਮਾਲ ਕੀਤਾ ਹੈਗਾ। ਜਿਹੜੀ ਤੁਕ ਹੈ ਉਹ ਕਾਫੀ ਲੰਬੀ ਹੁੰਦੀ ਹੈ, ਪਰੰਤੂ ਫਿਰ ਵੀ ਉਹਦੇ ਤੋਲ ਦਾ ਤਿਆਗ ਕਰਤਾ ਹੈ। ਕਿਉਂਕਿ ਤੁਸੀਂ ਦੇਖਿਆ ਹੋਵੇਗਾ ਕੋਈ ਵੀ ਲਿਖਾਰੀ ਹੈ ਉਹ ਆਪਣੇ ਮੀਟਰ ਦਾ ਤੋਲ ਦਾ ਖਾਸ ਧਿਆਨ ਰੱਖਦਾ ਹੈ ਬਈ ਪਹਿਲੀ ਤੁਕ ਜਿੰਨੀ ਮਾਤਰਾਵਾਂ ਦੀ ਹੁੰਦੀ ਹੈ, ਦੂਜੀ ਤੁਕ ਵੀ ਉਨੇ ਦੀ, ਫਿਰ ਤੀਜੀ ਤੁਕ ਵੀ, ਮਾਤਰਾ ਵਿੱਚ 1-2 ਦਾ ਫਰਕ ਆ ਸਕਦਾ ਹੈ, ਜ਼ਿਆਦਾ ਫਰਕ ਨਹੀਂ ਆਉਂਦਾ। ਪਰੰਤੂ ਅਗਰ ਦੇਖੀਏ ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਤੋਲ ਦੀ ਜਿਹੜੀ ਪਾਬੰਦੀ ਸੀ ਉਹਦਾ ਵੀ ਤਿਆਗ ਕੀਤਾ ਹੈ। ਜੇ ਇਹਨਾਂ ਦੋਨਾਂ ਨੂੰ ਅਗਰ ਆਪਾਂ ਤੋਲ ਕੇ ਦੇਖੀਏ ਮਾਤਰਾ ਦੇ ਹਿਸਾਬ ਨਾਲ ਤਾਂ ਆਪਾਂ ਨੂੰ ਪਤਾ ਲੱਗੇਗਾ ਜਿਹੜੀ ਪਹਿਲੀ ਤੁਕ ਹੈ ਉਹ ਵੱਡੀ ਹੈ। ਦੇਖਣ ਦੇ ਵਿੱਚ ਵੀ ਤੁਸੀਂ ਦੇਖੋ ਹੁਣ ਤਾਂ ਇਹ ਪਹਿਲੀ ਤੁਕ ਕੀ ਵੱਡੀ ਹੈ, ਤੁਹਾਨੂੰ ਦਿਖ ਰਹੀ ਹੋਗੀ, ਉੱਥੇ ਤੱਕ ਹੈਗੀ ਹੈ। ਔਰ ਜਿਹੜੀ ਦੂਜੀ ਤੁਕ ਹੈ ਇਸੀ ਦੀ ਉਹ ਕੀ ਹੈ ਕਿ ਉਹ ਛੋਟੀ ਹੈ। ਤਾਂ ਤੋਲ ਦੀ ਪਾਬੰਦੀ ਹੈ ਉਹਦਾ ਵੀ ਤਿਆਗ ਕਰਤਾ, ਪਰੰਤੂ ਮੀਟਰ ਦਾ ਤਿਆਗ ਕਰਨ ਤੋਂ ਬਾਅਦ ਤੋਲ ਦੇ ਜਿਹੜੀ ਪਾਬੰਦੀ ਹੈ ਉਸ ਦਾ ਤਿਆਗ ਕਰਨ ਤੋਂ ਬਾਅਦ ਵੀ ਜਿਹੜੀ ਇਹਨਾਂ ਦੀ ਬਾਣੀ ਹੈ ਉਹ ਉੱਚ ਪਾਏ ਦੀ ਹੈਗੀ ਹੈ ਔਰ ਬਹੁਤ ਹੀ ਉੱਚ ਪੱਧਰ ਦੀ ਬਾਣੀ ਲਿਖੀ ਹੈ। ਜਦੋਂ ਵੀ ਕੋਈ ਗੁਰਸਿੱਖਿਆ ਨੂੰ ਪੜ੍ਹਦਾ ਹੈ ਤਾਂ ਬੜਾ ਹੀ ਆਨੰਦ ਮਾਣਦਾ ਹੈ। ਤੇ ਇਸ ਦੇ ਵਿੱਚ ਦੁਹਰਾਓ ਵੀ ਹੈ, ਲੰਬੇ ਬਹਿਰ ਵੀ ਹੈ, ਤੋਲ ਦੀ ਪਾਬੰਦੀ ਦਾ ਤਿਆਗ ਵੀ ਕੀਤਾ ਗਿਆ ਹੈ। ਕਈ ਵਾਰ ਤਾਂ ਇਹਨਾਂ ਦੀ ਤੁਕ ਇੰਨੀ ਲੰਬੀ ਹੋ ਜਾਂਦੀ ਹੈ ਕਿ ਉਹ ਵਾਰਤਕ ਜਾਪਦੀ ਹੈ, ਇਵੇਂ ਲੱਗਦਾ ਹੈ ਜਿਵੇਂ ਕੋਈ ਵਾਰਤਕ ਲਿਖੀ ਹੋਵੇ, ਪਰੰਤੂ ਫਿਰ ਵੀ ਕੀ ਕਹਿੰਦੇ ਆ ਕਿ ਉਹਦਾ ਰਸ ਹੈ ਜਿਹੜਾ ਉਹ ਘੱਟ ਨਹੀਂ ਹੁੰਦਾ। ਜਿਵੇਂ ਤੁਸੀਂ ਆਹ ਦੇਖ ਲਓ, ਜਾਪਣ 'ਚ ਤਾਂ ਭਲਾ ਇੰਨੀ ਵੱਡੀ ਲਾਈਨ ਹੈਗੀ ਹੈ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਬਈ ਐਵੇਂ ਜਾਪਦਾ ਜਿਵੇਂ ਵਾਰਤਕ ਹੈ, ਪਰੰਤੂ ਨਹੀਂ। ਫਿਰ ਵੀ ਕੀ ਕਹਿੰਦੇ ਆ ਕਿ ਇਹਦਾ ਰਸ ਹੈ ਜਿਹੜਾ ਉਹ ਪੂਰਾ ਬਣਿਆ ਹੋਇਆ ਹੈ। ਜਦੋਂ ਆਪਾਂ ਇਸ ਨੂੰ ਪੜ੍ਹਦੇ ਹਾਂ ਤਾਂ ਆਨੰਦ ਸਾਹਿਬ ਪੜ੍ਹਦੇ ਹਾਂ ਜਾਂ ਕੋਈ ਵੀ ਬਾਣੀ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਫਿਰ ਵੀ ਆਪਾਂ ਨੂੰ ਕੀ ਹੈ, ਬੜਾ ਆਨੰਦ ਆਉਂਦਾ ਹੈ। ਇਹਦੇ ਪਿੱਛੇ ਕਾਰਨ ਆਈ ਹੈ ਕਿ ਬਾਣੀ ਹੈ ਜਿਹੜੀ ਉਹ ਬੜੀ ਆਨੰਦਤ ਹੈ। ਔਰ ਆਨੰਦ ਸਾਹਿਬ ਦੀ ਜਿਹੜੀ ਬਾਣੀ ਹੈ, ਖਾਸ ਤੌਰ ਤੋਂ ਜਿਹੜੀ ਆਨੰਦ ਸਾਹਿਬ ਦੀ ਬਾਣੀ ਹੈ ਉਹ ਆਪਾਂ ਯਾਦ ਰੱਖਣੀ ਹੈ, ਉਹ ਤੀਜੇ ਪਾਤਸ਼ਾਹ ਦੀ ਹੈ। ਉਹਦੇ ਬਾਰੇ ਵੀ ਆਪਾਂ ਕਰਾਂਗੇ ਚਰਚਾ। ਹੁਣ ਆਪਾਂ ਅੱਗੇ ਵਧਦੇ ਹਾਂ ਔਰ ਉਸ ਤੋਂ ਬਾਅਦ ਸ਼ੁਰੂ ਤੋਂ ਲੈ ਕੇ ਜਿੰਨੀਆਂ ਵੀ ਬਾਣੀਆਂ ਸ੍ਰੀ ਗੁਰੂ ਸਾਹਿਬ ਨੇ ਲਿਖੀਆਂ ਨੇ ਉਹਦੇ ਬਾਰੇ ਆਪਾਂ ਕਰਾਂਗੇ ਚਰਚਾ। ਇੱਕ ਇੱਕ ਬਾਣੀ ਦੇ ਉੱਤੇ ਵਿਚਾਰ ਕੀਤਾ ਜਾਵੇਗਾ। ਹੋਰ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਇਹਨਾਂ ਦੀਆਂ ਰਚਨਾਵਾਂ ਦੀ ਤਾਂ ਗੁਰੂ ਸਾਹਿਬ ਦੀਆਂ 18 ਰਾਗਾਂ ਦੇ ਵਿੱਚ 885 ਸ਼ਬਦ ਨੇ। शब्द या कह लो सलोक, शब्द कह लो, शब्द सलोक बंद, ये सारे जेड़े मिला के 885 ने। आ हैगा आ जिहड़ी गल है वो हैगी है रतन सिंह जग्गी के अनुसार। भाई रतन सिंह जग्गी प्रोफैसर सीगा, उसने काफ़ी रिसर्च की सी। उस दे मुताबिक जिहड़ियां गुरु अमरदास जी दी वारा है, जिहड़ियां रागा है, रागा श्री गुरु अमरदास जी दी रागा है वो 18 है और उस विच 885 शब्द या सलोक ने। होर ये जिहड़ियां 18 रागा उन्हें दसियां रतन सिंह जग्गी जी नूं फॉलो करता है। उसने की कीता है कि आपां नूं की याद रखना है, गुरु नानक देव जी दी 19 रागां है। आपां नूं आ चीज़ पता है कि गुरु नानक देव जी दियां गुरु नानक देव जी दियां 19 रागां ने ते ओ रागां अपना जिहड़ा नोट्स है उनदे विच आपां नूं उपलब्ध है। 19 रागां किहड़ियां, आपां जदों एक गुरु साहिब दी रागां याद कर लियां तां सारियां दी आपां नूं याद करन दी लोड़ नहीं है। 19 रागां आपां नूं याद है। इन्हां विचों जे एक राग घटा दित्ती जावे, अगर एक राग अगर आपां घटा दईए, तुखारी राग
तुखारी राग अगर कटा दिए तो पिछे जड़ियां 18 रागां ने वो श्री गुरु अमरदास जी दियां ने, यानी कि 18 रागां पहले गुरु नानक देव जी दियां और अमरदास जी दियां 18 रागां ने वो इक्को जिहियां हन, परंतु एक राग है जिहड़ी तुखारी दी राग उस विच गुरु नानक देव जी ने तो बाणी लिखी है, परंतु श्री गुरु अमरदास जी ने बाणी। हुण आपां नूं पता है कि पहली पातशाह ते तीजी पातशाही दोनों ने की कहंदे है कि अलावणियां रचियां ने। अलावणियां बई वैसे की कहते हैं हुण जिहड़ा आपां इस टाइम इस समय बोल रहे हैं वो नासकता का प्रयोग करते हैं अलावणियां, परंतु उस समय जिहड़ा गुरु नानक काल सीगा उस टाइम नासकता सी वो बहुत घट सी, उत्थे बिंदी नहीं लगी हुई है, पर आपां हुण धीरे धीरे की कहते हैं नासिकता की वरतों वध गई है, इस कारण की कहते हैं अलावणियां कहने हैं। और जिहड़ी अलावणी है वो की है वडहंस राग दे विच है बई, वडहंस राग दे विच है। सब तो पहले तो आप समझांगे कि अलावणी होंदा की है। अलावणी की होंदा है कि जदों कोई भी मनुख मर जाता सीगा, कोई भी वड्डा मनुख या छोटा मनुख कह लो या राजे वगैरह कोई भी सामंत जदों मरदे सी तां वो की करदे सीगे कि रोण वास्ते नायण नूं या फिर कोई जनानियां नूं सद्दिया जांदा सीगा, वो की कहंदे है कि उनदी उस्तत दे गीत गाया करदे सीगे, नाले तां रोया करदे सी होर रोंदे रोंदे जिहड़ा स्यापा पाया जांदा सीगा वो उस जिहड़ा मरिया होया बंदा है उनकी उस्तत की जाती सी, उनके शोहरे जिहड़े सीगे उस राजे दे शूरवीरता उसके राजे का जिहड़े उन्हें चंगे काम किए उस दे बारे चानना पाया जाता सी होर नाने दी नाने स्यापा पाया जाता सी। अलावणियां दे विच अलावणियां की होंदियां ये समूहिक तौर पर होंदियां, कोई भी एक जिहड़ी है रोण वाली जिहड़ी आपां उस टाइम आया करती सी वो अगे अगे बोलिया करती सी और उनका जिहड़े उनके उस्तत सी वो वडियाई सी जिहड़ी उस मनुख की की जाती सी, और उस तो बाद जिहड़े पिछे फॉलोवर सीगे जिहड़े नान आए होंदे सी उन्हां दी टीम दे विच वो बंदे की कहंदे हैं कि पिछे बोलिया करते सीगे। तां अलावणियां दे विच की है कि वडियाई की जाती है उस मनुख की जिहड़ा मनुख मर चुका है। तां इत्थे ये सी अलावणियां जिहड़ा काव्य रूप है उस दे बारे, परंतु श्री गुरु अमरदास जी ने और श्री गुरु नानक जी ने अलावणियां लिखी है, इनदे विच उस्तत की है उस परमात्मा की उस्तत की हुई है। तो उन्होंने आ के है बई जिहड़ा भी बंदा मर जाता है उसकी उस्तत करने की बजाय आपां नूं उस सदीवी परमात्मा की उस्तत करनी चाहिए है। तो इस विच जिहड़ी वडियाई है वो की है उस परमात्मा की वडियाई है अलावणियां दे अंदर। वडहंस राग है बई क्योंकि आपां नूं पता है अलावणियां दे अंदर की है वडियाई की जाती है, वडियाई तो संबंधित उस मरे हुए बंदे दी। तां जदों भी कोई भी पंजाबी सभ्याचार दे अंदर जदों भी कोई मनुख है पूरा हो जाता है या मर जाता है तो उस तो बाद जदों उनकी संस्कार करके आप गुरुद्वारे पहुँचते हैं तो गुरुद्वारे दे विच की है अलावणियां जिहड़ियां उनका पाठ किया जाता है और उनदे विच उस जीव आत्मा नूं उस परमात्मा नाल जुड़न का संदेश दिता है। ते परिवारक नूं जिहड़ा पिछे परिवार है उन्होंने भाणिया मनण का बल बख्शे और उन्होंने जिहड़ा हुण चेते रखना है वो परमात्मा नूं चेते रखना है। इस तरीके की वडियाई है उस मनुख की ना करके परमात्मा की वडियाई की गई है। तो इत्थे वडियाई अलावणियां च होंदी वडियाई है तो वडियाई तो आप कनैक्ट कर लेना बई वडहंस राग है बई अलावणियां दे विच वडियाई होंदी है, इत्थे जिहड़ी अलावणी है उत्थे परमात्मा की वडियाई हैगी है। तो वडहंस राग दे अंदर हैगी है अलावणियां चार अलावणियां है बई वडहंस राग दे अंदर। वडहंस राग दे अंदर 4 अलावणियां जिहड़ियां वो श्री गुरु अमरदास जी ने लिखिया है। और आप इस तो पहला भी पढ़ चुके हैं बई श्री गुरु नानक देव जी ने भी अलावणियां लिखी है और ये तो 4 है पर वो कि नहीं है 5 ने। गुरु नानक देव जी राग वडहंस ही है, उनकी राग भी की है वडहंस है बई।
वडहंस राग है, एंदी राग भी वडहंस है, परंतु की कहते हैं जे उत्थे अलाणियां की गिनती है गुरु नानक देव जी की 5 है और अमरदास जी की 4 है भाई। 4 अलाणियां इन्होंने लिखियां ने। ये तुलनात्मक रूप ताकि आपां नूं याद रहे भाई अलाणियां किहड़े-किहड़े गुरु ने लिखी हैं। और पहले गुरु ने 5 और तीजे गुरु ने 4 अलाणियां लिखी हैं। फिर उस तो बाद अगर आपां गल करिए अगली बाणी की, पट्टी बाणी। पट्टी बाणी के बारे की है कि जिवें छोटा बच्चा होंदा है वो की है कि पट्टी लैके जाता है और पट्टियां पढ़ता है, ठीक है। उत्थे जिहड़ा पंधा होंदा है जिन्हों आपां पुजारी कह लैंदे हैं, पंडित कह लैंदे हैं, वो अखर पांदा है और बच्चा की है अखर सिखदा है। उस टाइम पट्टी लिखण दा रिवाज सीगा ते आ पट्टी जिहड़ी बाणी हुंदी है ये वर्णमाला उत्ते आधारित होंदी है। वर्णमाला उत्ते आधारित पट्टी बाणी है क्योंकि पट्टी दे उत्ते सब तो पहला बच्चा वर्ण ही लिखदा है, वर्णमाला है जिहड़ी वो सिखदा है भाई। तां करके हुण आपां ये ध्यान देण जोग गल है पट्टी बाणी दे विच कि जदों भी कोई भला माँ प्यो है, भला बच्चा पट्टी पढ़दा है, माँ प्यो उन्होंने स्कूल भेजदा है पढ़ाउण वास्ते, तां उस दे विच की है कि एक उन्हां नूं आस होंदी है, एक उम्मीद होंदी है। ते पट्टी दे पिछे आपां एक कंटेंट जोड़िया, सिर्फ कंटेंट जोड़िया ताकि तुहानूं याद रह जाए कि पट्टी दी जिहड़ी राग है वो आसा राग दे विच है। पट्टी किस च है? आसा राग दे अंदर पट्टी है क्योंकि जदों भी कोई पट्टी लिखदा है या पट्टी पढ़दा है उनके माँ प्यो है जिहड़े उनका भी की कहते हैं कि आ होंदा कि भाई आ पट्टी पढ़ के या पढ़ लिख के बहुत वड्डा आदमी, बहुत वड्डी शख्सियत बनूंगा, या फिर आप कह लीए कि इन्नी उम्मीद तो रखते हैं कि या कम से कम जिहड़ा है चंगा बंदा जरूर बनूंगा। तो इत्थे आस की गल है तो आप की करता आसा राग, इस नाल तुसीं कनैक्ट कर लियो, वरना तुसीं की कहंदे कि याद कर लियो पट्टी। पट्टी बाणी किहड़ी राग च लिखी दी है? आसा राग दे अंदर लिखी हुई है। और इस दियां जिहड़ी पौड़ियां है वो 28 पौड़ी है भाई। पौड़ी कितनी है? 18 पौड़ियां, 18 पौड़ियां है भाई। पिछे 28 बोलता सी, 18 पौड़ियां पट्टी बाणी दियां जिहड़ी पौड़ियां 18 पौड़ियां। इहदे विच मॉडल है, जिहड़ा मॉडल है वो गुरु नानक देव जी वाला ही फॉलो किया गया है, पर जिहड़ा फैलाव है वो उन्ना विस्तृत नहीं है, उन्ने विस्तार च नहीं है जिन्ना कि गुरु नानक देव जी की पट्टी दे विच है। हुण नाम दी गाल आपां गल कर लईए, गुरु नानक देव जी ने भी पट्टी बाणी लिखी हैगी है। पट्टी बाणी लिखी है, राग आई है, आसा राग है भाई, राग आई है। और गुरु नानक देव जी ने भी लिखी है। एक ही है कि आपां थोड़ा तुलनात्मक रूप ताकि आपां नूं ध्यान रहे, गुरु नानक देव जी ने पट्टी बाणी लिखी है, आसा की है, उनकी भी राग आसा हैगी है, परंतु उनके विच की है कि 35 पदे है भाई, 35। परंतु इत्थे जिहड़ी पौड़ी की संख्या है वो 18 है। तो देखण से आपां नूं पता लग गया, देखण से भाई इत्थे 35 है, इत्थे 18 है भाई। मॉडल तो श्री गुरु अमरदास जी ने गुरु नानक देव जी ने ही फॉलो किया है, परंतु उन्ना विस्तार नहीं दिता जिन्ना गुरु नानक देव जी ने दिता है। तो यह भी चीज ध्यान रखनी है, मॉडल गुरु नानक देव जी वाला ही है और की कहते हैं उन्ना विस्तार नहीं दिता भाई। ये विस्तार रूप दे विच है, ये थोड़ी घट विस्तार रूप च है। देखण से पता लगता है इत्थे 18 पौड़ी है, इत्थे की है 35 पौड़ी है। परंतु ये तो चलो उस ओ गल होगी, उस टाइम भी आप पढ़े सीगे। हुण इस नूं करो साइड च, हुण आपां गल करदे हां इसदी। पट्टी राग आसा च लिखी गई है और पौड़ी है 18 पौड़ी है। मॉडल है जिहड़ा मॉडल है वो गुरु नानक जी वाला है, गुरु नानक जी वाला। पर तरीका जिहड़ा है मॉडल का उन्होंने फॉलो किया है, पूरे मॉडल नूं ढांचे नूं, परंतु इत्थे तरीका है जिहड़ा वो लंडियां दी मुहारनी वाला है भाई। लंडियां दी मुहारनी वाला। तरीका की है? लंडियां दी मुहारनी वाला, क्योंकि उस समय की सी कि जेड़े लिपि सी वो लंडे चलिया करती सी और साडे बुजुर्ग उत्थों तो आए दे है ते उन्हां नूं जेड़ी आ लिपि है उनकी वरतों करया करते सी। परंतु ये हुण है ना तो हिंदुस्तान च वरती जाती है और ना ही पाकिस्तान च इहदा कोई ज़्यादा विस्तार हैगा, तो इस कारण खत्म हो गई। परंतु की कहते हैं कि उस समय इहदा काफ़ी चढ़ाई ते सीगी
ਤੇ ਇਸ ਵਿੱਚ ਤਰੀਕਾ ਕੀ ਹੈ, ਲੰਡਿਆਂ ਦਾ ਰੱਖਿਆ ਹੈ। ਅੱਖਰ ਕਰਮ, ਹੁਣ ਅੱਖਰ ਕਰਮ ਤੋਂ ਹੀ ਆਪਾਂ ਨੂੰ ਪਤਾ ਲੱਗ ਜੂਗਾ। ਦੇਖੋ ਜਿਹੜਾ ਅੱਖਰ ਕਰਮ ਰੱਖਿਆ ਹੈ ਉਸ ਵਿੱਚ ਕੀ ਕੀਤਾ ਹੈ ਕਿ ਜਿਹੜਾ ਪਹਿਲਾ ਅੱਖਰ ਹੈ ਉਹ ਲਿੱਤਾ ਹੈ ਏਓ। ਜੇ ਪੰਜਾਬੀ ਵਰਣਮਾਲਾ ਨੂੰ ਕਰਦੇ ਤਾਂ ਕੱਲਾ ਐ ਹੀ ਆਂਦਾ, ਪਰ ਉਹਨੇ ਕੀ ਕੀਤਾ ਹੈ, ਮੁਹਾਰਨੀ ਹੈ ਜਿਹੜੀ ਉਹ ਲੰਡਿਆਂ ਵਾਲੀ ਵਰਤੀ ਹੈ। ਤਾਂ ਇਸ ਕਾਰਨ ਕੀ ਹੈ, ਪਹਿਲਾ ਅੱਖਰ ਏਓ, ਫਿਰ ਅਗਲਾ ਅੱਖਰ ਹੈ ਅੰਗੈ, ਇਹ ਪਹਿਲੇ ਦੋ ਅੱਖਰ ਹੈ ਬਈ। ਫਿਰ ਉਸ ਤੋਂ ਬਾਅਦ ਅਖੀਰਲੇ ਅੱਖਰ ਦੀ ਗੱਲ ਕਰੀਏ ਤਾਂ ਉਹ ਹੈ ਰਾਰ ਹੈ। ਰਾਰ ਅੱਖਰ ਹੈ ਉਹ ਅਖੀਰਲਾ ਅੱਖਰ ਹੈ। ਕਈ ਕਿਤਾਬਾਂ 'ਚ ਗਲਤ ਦਿੱਤਾ ਹੈ, ਪਰੰਤੂ ਤੁਸੀਂ ਕੀ ਕਹਿੰਦੇ ਆ, ਜਦੋਂ ਗੁਰਬਾਣੀ 'ਚ ਸਿੱਖ ਵਰਡ ਵੇਖ ਲਿਓ, ਭਲਾ ਗੁਰਬਾਣੀ ਦੇ ਵਿੱਚ ਵੇਖ ਲਿਓ, ਗੁਰਬਾਣੀ ਦੇ ਵਿੱਚ ਜਿਹੜੀ ਇਹਦੇ ਵਿੱਚ 18 ਪੌੜੀਆਂ ਦਿੱਤੀਆਂ ਗਈਆਂ, ਜਿਹੜੇ 18 ਪੱਦੇ ਦਿੱਤੇ ਗਏ ਹੈ, ਉਸ ਵਿੱਚ ਕੀ ਕਿਹਾ ਗਿਆ ਹੈ ਕਿ ਰਾਰ ਹੈ ਜਿਹੜਾ ਉਹ ਅਖੀਰ ਦੇ ਵਿੱਚ ਹੈ, ਉਹ 17ਵੇਂ ਦੇ ਵਿੱਚ ਹੈਗਾ, ਔਰ 18ਵੇਂ ਦੇ ਵਿੱਚ ਵੀ ਕੋਈ ਸ਼ਬਦ ਨਹੀਂ ਹੈ। ਉਹ ਅੰਤਮ ਜਿਹੜਾ ਹੈ ਉਸ ਮਹਾਤਮ ਦੇ ਬਾਰੇ ਦੱਸਿਆ ਗਿਆ ਹੈ ਰਚਨਾ ਦੇ। ਤੇ ਇੱਥੇ ਕੀ ਹੈ ਕਿ ਰਾਰ ਹੈ ਜਿਹੜਾ ਉਹ ਅਖੀਰਲਾ ਅੱਖਰ ਹੈ, ਔਰ ਉਸ ਤੋਂ ਪਹਿਲਾ ਜਿਹੜਾ ਹੈ ਉਹ ਹੈਗਾ ਹਾ ਹੈ। ਸੈਕੰਡ ਲਾਸਟ ਅੱਖਰ ਕੀ ਹੈ, ਹਾ ਹੈ। ਤੁਹਾਨੂੰ ਦੋ ਅੱਖਰ ਲਿਖਾਤੇ ਆ ਬਈ ਅੱਖਰ ਕਰਮ ਦੇ ਅੰਦਰ। ਪਹਿਲਾ ਅੱਖਰ ਹੈ ਏਓ, ਫਿਰ ਅੰਗੈ। ਇੱਕ ਹੀ ਪਦ ਦੇ ਅੰਦਰ ਦੋ ਦੋ ਤਿੰਨ ਤਿੰਨ ਅੱਖਰ ਕੀ ਹੈ, ਇਕੱਠੇ ਚੱਲ ਰਹੇ ਹੈ। ਇਸੇ ਕਾਰਨ ਕੀ ਹੈ 17 ਪਦਾਂ ਦੇ ਅੰਦਰ ਜਿਹੜੇ 35 ਅੱਖਰ ਹੈ ਉਹ ਪੂਰੇ ਹੋ ਗਏ, ਔਰ 18ਵੇਂ ਵਿੱਚ ਅਖੀਰ ਦੇ ਵਿੱਚ ਕਾਵਿ ਨਿਰਣਾ ਕੀਤਾ ਗਿਆ ਹੈਗਾ, ਬਾਣੀ ਦੇ ਬਾਰੇ ਦੱਸਿਆ ਗਿਆ ਹੈ। ਤੇ ਏਓ ਤੇ ਅੰਗੈ ਤੋਂ ਚਾਲੂ ਹੋ ਕੇ ਅਖੀਰਲਾ ਅੱਖਰ ਹੈ ਰਾਰਾ, ਔਰ ਰਾਰੇ ਤੋਂ ਪਹਿਲਾ ਦਾ ਅੱਖਰ ਹੈ ਹਾ ਹੈ। ਸੈਕੰਡ ਲਾਸਟ ਅੱਖਰ ਹੈ ਹਾ ਹੈ। ਇਹ ਤੁਸੀਂ ਕੀ ਕਹਿੰਦੇ ਆ ਕਿ ਇਸ ਨੂੰ ਧਿਆਨ ਰੱਖਣਾ ਹੈ। ਔਰ ਇਹਦੇ ਵਿੱਚ ਜਿਹੜਾ ਵਿਸ਼ਾ ਹੈ, ਵਿਸ਼ਾ ਜਿਹੜਾ ਹੈਗਾ ਇਸ ਬਾਣੀ ਦਾ ਜਿਹੜਾ ਵਿਸ਼ਾ ਅਗਰ ਹੈਗਾ ਉਹ ਹੈਗਾ ਹੈ ਇਹਦੇ ਵਿੱਚ ਪਾਂਧੇ ਦੇ ਲੋਭੀ ਕਿਰਦਾਰ ਨੂੰ, ਪਾਂਧੇ ਦੇ ਲੋਭੀ ਕਿਰਦਾਰ ਤੇ ਵਿਅੰਗ ਕੀਤਾ ਗਿਆ ਹੈ। ਇਸ ਵਿੱਚ ਪਾਂਧਾ ਕਿਹਨੂੰ ਕਹਿੰਦੇ ਆ, ਪੰਡਤ ਨੂੰ ਕਹਿੰਦੇ ਆ। ਪੰਡਤ ਤੋਂ ਬਣਿਆ ਸ਼ਬਦ ਹੈ ਪਾਂਧਾ, ਫਿਰ ਬਾਅਦ ਚ ਪੰਡਤ ਸ਼ਬਦ ਬਣ ਗਿਆ, ਪੁਜਾਰੀ ਕਹਿ ਲਓ। ਪਹਿਲਾਂ ਕੀ ਹੁੰਦੀ ਸੀ, ਜਿਹੜੀ ਸਿੱਖਿਆ ਹੁੰਦੀ ਸੀ ਉਹ ਪਾਂਧੇ ਕਰਵਾਇਆ ਕਰਦੇ ਸੀਗੇ, ਪੰਡਤ ਕਰਵਾਇਆ ਕਰਦੇ ਸੀਗੇ। ਜਿਹੜੇ ਧਾਰਮਿਕ ਥਾਂ ਹੁੰਦੇ ਸੀ ਉੱਥੇ ਸਿੱਖਿਆ ਦਿੱਤੀ ਜਾਂਦੀ ਸੀ। ਤਾਂ ਪੰਡਤ ਹੈ ਜਿਹੜਾ ਉਹ ਨਾਲੇ ਤਾਂ ਪਾਂਧੇ ਦਾ ਕੰਮ ਕਰਿਆ ਕਰਦਾ ਸੀਗਾ, ਤੇ ਉਸ ਤੋਂ ਇਲਾਵਾ ਉਹ ਪੁਜਾਰੀ ਵੀ ਹੁੰਦਾ ਸੀਗਾ। ਉਹ ਪੁਜਾਰੀ ਵੀ ਸੀ, ਉਹ ਪੰਡਤ ਵੀ ਸੀ, ਉਹ ਜੋਤਸ਼ੀ ਵੀ ਸੀਗਾ। ਉਹ ਸਾਰੇ ਕੰਮ ਹੈ ਉਸ ਟਾਈਮ ਪੰਡਤ ਜੀ ਕਰਿਆ ਕਰਦੇ ਸੀ। ਤਾਂ ਉਹਦੇ ਲੋਭੀ ਕਿਰਦਾਰ ਦੇ ਉੱਤੇ ਵਿਅੰਗ ਕੀਤਾ ਗਿਆ ਹੈ। ਉਸ ਟਾਈਮ ਜਿਹੜੇ ਪੁਜਾਰੀ ਸੀਗੇ, ਜਿਹੜੇ ਪੰਡਤ ਲੋਕ ਸੀ, ਉਹ ਲੋਕਾਂ ਨੂੰ ਕਰਮਕਾਂਡਾਂ ਦੇ ਵਿੱਚ ਫਸਾ ਕੇ ਪੈਸੇ ਠੱਗੀ ਕਰਿਆ ਕਰਦੇ ਸੀ। ਤਾਂ ਇਹ ਜਿਹੜਾ ਉਸ ਟਾਈਮ ਉਸ ਸਮੇਂ ਦੇ ਜਿਹੜੇ ਪਾਂਧੇ ਸੀ, ਸਾਰੇ ਪਾਂਧੇ ਮਾੜੇ ਨਹੀਂ ਹੁੰਦੇ, ਕਈ ਚੰਗੇ ਵੀ ਹੋਣਗੇ, ਪਰੰਤੂ ਕੀ ਕਹਿੰਦੇ ਆ ਜਿਹੜਾ ਕਿ ਵਿਅੰਗ ਕੀਤਾ ਗਿਆ ਹੈ ਉਹਨਾਂ ਪੰਡਤਾਂ ਦੇ ਉੱਤੇ, ਕਿਉਂਕਿ ਉਸ ਟਾਈਮ ਨਿਗਾਰ ਦੀ ਅਵਸਥਾ ਸੀ। ਜਿਹੜੇ ਪੰਡਤ ਸੀਗੇ, ਪੰਡਤ ਜੋਤਸ਼ੀ ਹੈ ਜਿਹੜੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਕਰਮਕਾਂਡਾਂ ਦੇ ਵਿੱਚ ਫਸਾ ਕੇ ਉਹਨਾਂ ਦੀ ਆਰਥਿਕ ਰੂਪ ਤੇ ਉਹਨਾਂ ਨਾਲ ਲੁੱਟ ਕਰਿਆ ਕਰਦੇ ਸੀ। ਤਾਂ ਇਸ ਜਿਹੜੇ ਕੰਸੈਪਟ ਨੂੰ, ਇਸ ਨੂੰ ਵਿਸ਼ਾ ਬਣਾ ਕੇ ਗੁਰੂ ਅਮਰਦਾਸ ਜੀ ਨੇ ਪੱਟੀ ਬਾਣੀ ਹੈ ਉਹ ਲਿਖੀ ਹੈ। ਹੁਣ ਆਪਾਂ ਅਗਰ ਦੇਖੀਏ ਪੱਟੀ ਬਾਣੀ ਦੇ ਅੰਦਰ, ਤਾਂ ਪੱਟੀ ਬਾਣੀ ਕਿਸ ਚ ਹੈ, ਰਾਗ ਆਸਾ ਦੇ ਅੰਦਰ ਹੈ। ਵਿਸ਼ਾ ਕੀ ਹੈ, ਵਿਸ਼ਾ ਹੈਗਾ ਹੈ ਪਾਂਧੇ ਦੇ ਲੋਭੀ ਕਿਰਦਾਰ ਤੇ ਵਿਅੰਗ। ਔਰ ਪੌੜੀਆਂ ਕਿੰਨੀਆਂ, 18 ਪੌੜੀਆਂ। ਤੇ ਮਾਡਲ ਕਿਹੜਾ ਹੈ, ਗੁਰੂ ਨਾਨਕ ਦੇਵ ਜੀ ਵਾਲਾ, ਉਸੇ ਮਾਡਲ ਨੂੰ ਫੋਲੋ ਕੀਤਾ ਹੈ। ਤਰੀਕਾ ਕੀ ਹੈ, ਲੰਡਿਆਂ ਦੀ ਮੁਹਾਰਨੀ ਵਾਲੇ ਤਰੀਕੇ ਦੇ ਵਿੱਚ ਲਿਖੀ ਗਈ ਹੈ। ਹੁਣ ਲੰਡਿਆਂ ਦੀ ਮੁਹਾਰਨੀ ਦਾ ਤਰੀਕਾ ਜਿਹੜਾ ਹੈ ਉਹ ਅੱਗੇ ਦੇਖਦੇ ਹਾਂ। ਅੱਖਰ ਕਰਮ ਕੀ ਹੈ, ਇਹ ਉਹ ਅੰਗਿਆਂ ਤੋਂ ਸ਼ੁਰੂ ਹੁੰਦਾ ਹੈ, ਫਿਰ ਅੱਖਰ ਸਾਰੇ ਆਉਂਦੇ ਜਾਂਦੇ ਆ। ਅਖੀਰਲੇ ਦੋ ਅੱਖਰ ਹਾ ਹੈ, ਔਰ ਅਖੀਰਲਾ ਅੱਖਰ ਰਾਰ ਹੈ। ਇਹ ਹੈਗਾ ਹੈ, ਇਹ ਸੀਗਾ ਆਪਣੇ ਪੱਟੀ ਬਾਣੀ। ਹੁਣ ਉਸ ਤੋਂ ਅੱਗੇ ਆਪਾਂ ਹੈ ਜਿਹੜਾ ਸਤਵਾਰਾ ਹੈ ਉਸ ਦੇ ਬਾਰੇ ਚਰਚਾ ਕਰਦੇ ਹਾਂ ਬਈ। ਸਤਵਾਰਾ ਵਾਰ, ਇੱਥੇ ਵਾਰ ਉਹ ਵਾਰ ਨਹੀਂ ਹੈ, ਇੱਥੇ ਵਾਰ ਹੈ ਸੋਮਵਾਰ, ਮੰਗਲਵਾਰ, ਬੁੱਧਵਾਰ, ਇਸ ਤਰੀਕੇ ਨਾਲ। ਵਾਰ 7 ਕਹਿ ਲਓ, ਭਲਾ ਤੁਸੀਂ ਸਤਵਾਰਾ ਕਹਿ ਲਓ, ਇੱਕ ਹੀ ਗੱਲ ਹੈ। ਵਾਰ 7 ਆ ਜੇ ਤਾਂ ਕੋਈ ਵੀ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈ। ਸਤਵਾਰਾ ਆ ਜੇ ਫਿਰ ਤਾਂ ਆਪਾਂ ਨੂੰ ਪਤਾ ਹੀ ਲੱਗ ਜੂਗਾ। ਸਤਵਾਰਾ 7 ਵਾਰ। ਹੋਰ ਅੰਗਰੇਜ਼ੀ 'ਚ ਚਾਲੂ ਹੁੰਦੇ ਆ ਸੰਡੇ, ਮੰਡੇ, ਟਿਊਜ਼ਡੇ, ਵੈਨਸਡੇ, ਇਸ ਤੋਂ ਚਾਲੂ ਹੁੰਦੇ ਆ। ਇਸ ਬਾਣੀ ਦੇ ਅੰਦਰ ਵੀ, ਇਸ ਬਾਣੀ ਦੇ ਅੰਦਰ ਕੀ ਹੈ ਕਿ ਰਾਗ ਕਿਹੜੀ ਹੈ,
राग है बिलावल। लो जी, बिलावल है राग और पदे है 10 पदे है भाई, 10 पदे कह लो, पौड़ियां कह लो, 10 पदे है और हर पदा है जेड़ा वो 6-6 तुकां दा है, 6-6 तुकां दा हैगा। इनू आपां नू ज्यादा ध्यान देने की लोड़ नहीं है, हर पदा 6-6 तुकां दा है और इहदे विच 10 पदे है। राग केड़ी है? बिलावल। पदे किन्ने है? 10। और इस दे विच की है कि ये चालू किस तो होंदा है? ऐतवार तो। संडे मंडे याद रखियो भाई वार दा, ते आ चालू होंदा है ऐतवार तो। ऐतवार तो शुरू और फिर शनिवार शनिचरवार लिखा हुआ है, शनिवार ते ये खत्म होता है। जे आप पूछा जाए भाई जेड़ा सतवारा है गुरु अमरदास जी का लिखा गया है वो किस तो शुरू होता है? ऐतवार तो। खत्म किस वार ते शुरू होता है? शनिचरवार ते ये खत्म होता है। और इनका जेड़ा विषय है वो है गुरमत विचारधारा ते जीवन जाच। विषय गुरमत विचारधारा ते जीवन जाच। आ है भाई गुरमत विचारधारा ते जीवन जाच है। की होंदा है कि सतवारा जेड़ा पहला तो ही पॉपुलर सीगा, अजकल भी तुसी कई गाने सुनते होंगे भी सोमवार नूं होगा, मंगलवार नूं है, बुधवार नूं है, कई कलाकारां ने कई ने सैटरडे इस तरीके के गाने बना रखे है। वो एक अलग गल है, परंतु उन्होंने उसी पॉपुलरिटी है जी उन्होंने ही फॉलो किया है, क्योंकि इन्होंने को इन्ना समान नहीं सी अजकल के कलाकारों को। ये हुण गल करिए आपां गुरु साहब की। गुरु साहब ने की किया है? सतवारा लोक काव्य सी, उहदे विच 7 वारां दी गल कीती है और ये शुरू होंदा है ऐतवार तो और खत्म होंदा है शनिवार तो। 10 इहदे पदे है। राग इहदा की है? बिलावल है। और इहदा जिहड़ा विषय है वो गुरमत, ये गुरमत उहदा विषय हैगा ते इहदे विच की कीता है कि गुरमत विचारधारा ते जीवन जाच नूं फॉलो किया है। गुरमत विचारधारा ते जीवन जाच नूं फॉलो किया गया है। इहदे विच दस्सिया गया सोमवार होवे भला मंगलवार होवे, हर दिन आपां की करना है? उस परमात्मा की बंदगी करनी है भाई। परमात्मा की बंदगी करना है, परमात्मा नाल जुड़ना है। हर दिन हर वार है जेड़ा वो चंगा है, कोई भी दिन वार है जेड़ा वो माड़ा नहींगा। भला सोमवार होवे भला मंगलवार बुधवार, तुसी किसी भी दिन कोई भी कार्य करो, हर कार्य है जेड़ा वो वधिया है। पर आपां नूं हर समय हर दिन है उस परमात्मा नूं चेते रखना है। और उहदे जीवन जाच जीवन ढंग भी दिता गया है, ये दस्सिया भी गया है भाई सोमवार मंगलवार बुधवार लोगों ने भावां ये कारज बदल रहे व्रत वगैरह रखते हैं, परंतु नहीं, जिहड़ी सिख मर्यादा है वो इस दे खिलाफ हैगी है। इस दे विच दस्सिया जिहड़ा गया है वो गुरमत विचारधारा ते जीवन जाच के बारे दस्सिया गया भी हर दिन ही अपनी जीवन जाच ऐसी होवे कि आपां परमात्मा की बंदगी च जुड़िए, परमात्मा के नाम नाल जुड़िए। यह जी अजिही जीवन जाच है जो गुरसिख नूं अपनानी चाहिए है। ये जिहड़ियां गल्लां है ये इस दे अंदर आंदियां ने। और उस तो बाद की है कि 16 जिहड़ी बाणी है, 16 जिहड़ी बाणी होंदी है वो की है? 16 पदां दी रचना जिहड़ी होंदी है उहनूं 16 कहंदे आ बई। 16 पदां दी रचना, 16 पदां दी रचना नूं 16 कहंदे। तां श्री गुरु रामदास जी दे किन्ने 16 है? 24 16 है। सिर्फ इन्ना ही याद अध्यात्मक विचारधारा है भाई इस दे विच, ते आपां नूं याद रखना भाई 16 पदां दी रचना। श्री गुरु अमरदास जी दे किन्ने 16 है ना? 24 16 हैं। 24 16 24 16। और उस तो बाद कई श्लोक है जिहड़े, कई श्लोक है श्री गुरु अमरदास जी दे, फरीद जी दे श्लोकां दे नाम भी हैगे है भाई। फरीद जी के श्लोक के नाम भी कई श्लोक है जेड़े श्री गुरु अमरदास जी दे हन। और गुरु जी ने भावां कोई भी गुरु होवे उन्होंने किसी भगत दी बाणी है उनदे नाल जदों श्लोक जोड़े है उन्हां दी, क्योंकि विचारधारा सी जिहड़ी जिहने फरीद जी सी वो सूफी विचारधारा तो सी, कबीर सी जिहड़े वो की कहते हिंदू विचारधारा तो संबंधित सी। तां जिहड़े सिख गुरु सी उन्होंने की कीता कि इन्हां दे श्लोकां दे नाल अपने श्लोक लगाए है। वो इस कारण लगाए गए हैं कि उन्हां दा कोई भी श्लोक दा
ਕੋਈ ਵੀ ਬੰਦਾ ਗਲਤ ਅਰਥ ਨਾ ਕੱਢ ਲਵੇ ਜਾਂ ਆਪਣੇ ਹਿਸਾਬ ਦਾ, ਆਪਣੀ ਜਿਹੜੀ ਵਿਚਾਰਧਾਰਾ ਹੈ ਉਸ ਹਿਸਾਬ ਦਾ ਅਰਥ ਨਾ ਕੱਢ ਲੇ। ਇਸ ਲਈ ਗੁਰੂ ਸਾਹਿਬਾਂ ਨੇ ਕੀ ਕੀਤਾ ਹੈ ਕਿ ਖਾਸ ਤੌਰ ਤੇ ਕੋਈ ਵੀ ਸ਼ਲੋਕ ਇਹ ਜਿਹਾ ਹੈ ਉਸ ਦੇ ਥੱਲੇ ਆਪਣਾ ਸ਼ਲੋਕ ਲਿਖਿਆ ਹੈ, ਉਹਨੂੰ ਹੋਰ ਸਪਸ਼ਟ ਕਰਨ ਲਈ, ਉਸ ਨੂੰ ਗੁਰਮਤਿ ਵਿਚਾਰਧਾਰਾ ਦੇ ਹਿਸਾਬ ਦੇ ਨਾਲ ਸਪਸ਼ਟ ਕਰਨ ਲਈ, ਤਾਂ ਕਿ ਉਹਦਾ ਜੇ ਅਰਥ ਕੱਢਿਆ ਜਾਵੇ ਤਾਂ ਗੁਰਮਤਿ ਵਿਚਾਰਧਾਰਾ ਦੇ ਹਿਸਾਬ ਨਾਲ ਹੀ ਕੱਢਿਆ ਜਾਵੇ। ਇਸ ਕਾਰਨ ਗੁਰੂ ਸਾਹਿਬਾਂ ਨੇ ਜਿਹੜੇ ਭਗਤਾਂ ਦੀ ਬਾਣੀ ਦੇ ਨਾਲ ਜਿਹੜੇ ਸ਼ਲੋਕ ਦਰਜ ਨੇ ਉਹ ਸ਼ਲੋਕ ਕੀਤੇ ਨੇ। ਫਰੀਦ ਸਾਹਿਬ ਦੇ ਸ਼ਲੋਕਾਂ ਦੇ ਨਾਲ ਵੀ ਕੀ ਹੈ ਕਿ ਗੁਰੂ ਸਾਹਿਬ ਦੇ ਸ਼ਲੋਕ ਹੈ ਜਿਹੜੇ ਉਹ ਦਰਜ ਨੇ। ਹੁਣ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਪਣਾ ਇੱਕ ਜਿਹੜਾ ਹੈ ਅਖੀਰ ਇਹਦੇ ਵਿੱਚ ਰਹਿ ਚੁੱਕਿਆ ਬਈ, ਅਖੀਰ ਦੇ ਵਿੱਚ ਜਿਹੜੀਆਂ 4 ਵਾਰਾਂ ਨੇ ਉਹ ਆਪਾਂ ਪੜ੍ਹਨੀ ਹੈ। ਗੁਰੂ ਸਾਹਿਬ ਨੇ 4 ਵਾਰਾਂ ਲਿਖੀਆਂ ਔਰ 4 ਵਾਰਾਂ ਬੜੀਆਂ ਹੀ ਸੌਖੀਆਂ, ਤੁਹਾਨੂੰ ਯਾਦ ਵੀ ਹੋ ਜਾਏਗਾ ਹੱਥੋਂ ਹੱਥ। ਗੁਜਰੀ ਰਾਮਕਲੀ ਸੂਹੀ ਮਾਰੂ, ਗੁਜਰੀ ਰਾਮਕਲੀ ਸੂਹੀ ਮਾਰੂ ਵੀ, ਇਹ 4 ਵਾਰਾਂ ਨੇ। 4 ਵਾਰਾਂ ਤੇ ਆਪਾਂ ਨੂੰ ਯਾਦ ਕਰ ਲੈਣਾ ਹੈ। ਗੁਜਰੀ ਰਾਮਕਲੀ ਸੂਹੀ ਮਾਰੂ, ਬਈ ਰਾਮਕਲੀ ਕੀ ਹੈ? ਗੁਜਰੀ ਬਚ ਲੈ ਗੁਜਰੀ ਰਾਮਕਲੀ ਸੂਹੀ ਮਾਰੂ। ਪਰ ਰਾਮਕਲੀ ਕੀ ਹੈ ਕਿ ਉਹ ਸੂਹੀ ਮਾਰ ਦੂਗੀ। ਤੇ ਵੈਸੇ ਤੁਸੀਂ ਭਲਾ ਆਪੀ ਯਾਦ ਕਰ ਲਓ, ਇਹਨੂੰ ਆਪਾਂ ਐਵੇਂ ਯਾਦ ਕਰ ਸਕਦੇ ਹਾਂ। ਗੁਜਰੀ ਰਾਮਕਲੀ ਸੂਹੀ ਮਾਰੂ 4 ਹੈ ਬਈ, ਚਾਰੋਂ ਯਾਦ ਕਰ ਲਿਆ। ਗੁਜਰੀ ਰਾਮਕਲੀ ਸੂਹੀ ਮਾਰੂ ਆਪਾਂ ਨੂੰ ਯਾਦ ਹੋ ਗਈਆਂ। ਜੇ ਫਿਰ ਵੀ ਤੁਸੀਂ ਫਾਰਮੂਲਾ ਅਪਣਾਉਣਾ ਤਾਂ ਇसी ਹਿਸਾਬ ਦਾ ਫਾਰਮੂਲਾ ਬਣ ਰਿਹਾ ਹੈ। ਸਿਰਫ ਕੀ ਕਰਨਾ ਹੈ ਕਿ ਇੱਥੇ ਕੋਮਾ ਲਗਾਣਾ ਹੈ ਔਰ ਫਿਰ ਥੋੜਾ ਸੋਚਣਾ ਹੈ ਗੁਜਰੀ ਰਾਮਕਲੀ ਸੂਹੀ ਮਾਰੂ। ਨਾਲੇ ਥੋੜਾ ਐਕਟਿੰਗ ਵੀ ਕਰਨੀ ਹੈ, ਕਿਉਂਕਿ ਜਦੋਂ ਆਪਣੇ ਹੱਥ ਪੈਰ ਔਰ ਸਭ ਆਪਾਂ ਜਦੋਂ ਜੰਮ ਕੇ ਪੜ੍ਹਦੇ ਹਾਂ ਔਰ ਪੂਰਾ ਡੁੱਬ ਕੇ ਪੜ੍ਹਦੇ ਹਾਂ ਤਾਂ ਆਪਾਂ ਫਿਰ ਭੁੱਲਦੇ ਨਹੀਂ। ਤੇ ਮੈਂ ਐਵੇਂ ਯਾਦ ਕੀਤਾ ਸੀ ਗੁਜਰੀ ਰਾਮਕਲੀ ਸੂਹੀ ਮਾਰੂ, ਮੈਂ ਅੱਜ ਤੱਕ ਨਹੀਂ ਭੁੱਲਿਆ। ਤਾਂ ਇਸ ਤਰੀਕੇ ਨਾਲ ਤੁਹਾਡੇ ਇਹ ਸਿਰਫ ਤੁਹਾਨੂੰ ਤਰੀਕਾ ਦੱਸਿਆ ਹੈ, ਤੁਸੀਂ ਆਪਣੇ ਹਿਸਾਬ ਨਾਲ ਆਪਣੇ ਤੁਸੀਂ ਕੋਈ ਕਹਾਣੀ ਬਣਾ ਸਕਦੇ ਹੋ, ਆਪਣੇ ਫਾਰਮੂਲੇ ਬਣਾ ਸਕਦੇ ਹੋ, ਆਪਣਾ ਕੋਈ ਤਰੀਕਾ ਇਜਾਦ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਲੰਬੇ ਸਮੇਂ ਤੱਕ ਯਾਦ ਰਹਿ ਸਕੇ। ਹੁਣ ਕੀ ਹੈ ਕਿ ਜਿਹੜੀ ਗੁਜਰੀ ਦੀ ਵਾਰ ਹੈ, ਗੁਜਰੀ ਦੀ ਵਾਰ ਹੈ ਉਹ ਸਿਕੰਦਰ ਇਬਰਾਹਿਮ ਦੀ ਧੁਨੀ ਦੇ ਉੱਤੇ, ਦੀਵਾਰ ਦੀ ਧੁਨੀ ਉੱਤੇ ਗਾਉਣ ਲਈ ਕਿਹਾ ਹੈ। ਸਿਕੰਦਰ ਇਬਰਾਹਿਮ ਦੀ ਵਾਰ ਦੀ ਧੁਨੀ ਉੱਪਰ ਗਾਵਣੀ। ਗੁਜਰੀ ਦੀ ਵਾਰ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਉਪਦੇਸ਼ ਦਿੱਤਾ ਹੈ ਕਿ ਇਸ ਨੂੰ ਸਿਕੰਦਰ ਇਬਰਾਹਿਮ ਦੀ ਵਾਰ ਹੈ ਉਸ ਦੀ ਧੁਨੀ ਦੇ ਉੱਤੇ ਗਾਣੀ ਹੈਗੀ ਹੈ। 9 ਵਾਰਾਂ ਹੈ ਬਈ ਜਿਹੜੀਆਂ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹਦਾਇਤ ਦਿੱਤੀ ਗਈ ਹੈ, ਇਸ ਵਾਰ ਨੂੰ ਇਸ ਵਾਰ ਦੇ ਉੱਤੇ ਗਾਓ। ਪੁਰਾਣੀਆਂ 9 ਲੋਕ ਵਾਰਾਂ ਨੇ, ਪੁਰਾਤਨ ਸਮੇਂ ਦੇ ਵਿੱਚ ਬੜੀਆਂ ਹੀ ਚਰਚਿਤ ਸੀ, ਉਸ ਸਮੇਂ ਬੜੀਆਂ ਚਰਚਿਤ ਸੀ। ਉਹਨਾਂ ਦੀ ਧੁਨਾਂ ਵੀ ਜਿਹੜੀਆਂ ਹੈ ਉਹ ਬੜੀਆਂ ਪੋਪੂਲਰ ਸੀ। ਉਹਨਾਂ ਦੀ ਇੰਨੀ ਜ਼ਿਆਦਾ ਪੋਪੂਲਰਿਟੀ ਸੀਗੀ ਕਿ ਲੋਕਾਂ ਨੂੰ ਉਹ ਧੁਨਾਂ ਯਾਦ ਸੀ। ਤਾਂ ਗੁਰੂ ਸਾਹਿਬਾਂ ਨੇ ਵੀ ਕੀ ਕੀਤਾ ਕਿ ਇੱਕ ਹਦਾਇਤ ਦਿੱਤੀ ਹੈ ਬਈ ਜਦੋਂ ਗੁਜਰੀ ਦੀ ਵਾਰ ਗਾਣੀ ਹੈ ਤਾਂ ਆਪਾਂ ਨੂੰ ਕੀ ਕਰਨਾ, ਸਿਕੰਦਰ ਤੇ ਇਬਰਾਹਿਮ ਦੀ ਵਾਰ ਦੀ ਧੁਨੀ ਉੱਤੇ ਹੀ ਗਾਵਣੀ ਹੈ। ਤੇ ਇਸ ਦੀ ਧੁਨ ਉੱਤੇ ਗਾਉਂਦੇ ਜਿਹੜੇ ਰਾਗੀ ਸਿੰਘ ਹੈਗੇ ਆ ਉਹਨਾਂ ਨੂੰ ਇਹਨਾਂ ਦਾ ਨੌਲੇਜ ਹੈਗਾ ਬਈ ਇਹਨਾਂ ਦੀ ਰਾਗ ਕੀ ਹੈ। ਫਿਰ ਉਹ ਜਦੋਂ ਗੁਜਰੀ ਦੀ ਵਾਰ ਗਾਉਂਦੇ ਆ ਤਾਂ ਉਸ ਨੂੰ ਇਸ ਵਾਰ ਦੀ ਧੁਨੀ ਦੇ ਉੱਤੇ ਗਾਉਂਦੇ ਆ ਔਰ ਬੜਾ ਹੀ ਸਵਾਦ, ਬੜਾ ਹੀ ਆਨੰਦ ਹੈ ਜਿਹੜਾ ਉਹ ਆਉਂਦਾ ਹੈ। ਹੋਰ ਸਿਕੰਦਰ ਦਾ ਉਪਦੇਸ਼ ਸੀ ਬਈ ਸਿਕੰਦਰ ਇਬਰਾਹਿਮ ਭਲਾ ਕੋਈ ਵੀ ਬੰਦੇ ਹੋਣ ਬਈ, ਵੱਡੇ ਤੋਂ ਵੱਡਾ ਰਾਜਾ ਹੈ ਸਿਕੰਦਰ, ਆਪਾਂ ਨੂੰ ਯਾਦ ਹੀ ਰਹਿ ਜਾਏਗਾ। ਵੱਡੇ ਤੋਂ ਵੱਡਾ ਰਾਜਾ ਹੈ ਉਹ ਵੀ ਗੁਜ਼ਰ ਗਿਆ ਬਈ, ਕੋਈ ਵੀ ਨਹੀਂ ਰਿਹਾ, ਸਭ ਗੁਜ਼ਰ ਗਏ। ਤਾਂ ਸਿਕੰਦਰ ਸੀ ਭਲਾ ਇਬਰਾਹਿਮ ਸੀ, ਉਹ ਗੁਜ਼ਰ ਗਏ ਭਈਆ। ਤਾਂ ਸਿਕੰਦਰ ਤੇ ਇਬਰਾਹਿਮ ਨੂੰ ਆਪਾਂ ਕਨੈਕਟ ਕਰ ਲੈਣਾ ਗੁਜਰੀ ਦੇ ਨਾਲ। ਇਸ ਨੂੰ ਕੀ ਕਰਨਾ ਹੈ ਕਿ ਗੁਜਰੀ ਦੇ ਨਾਲ ਆਪਾਂ ਕਨੈਕਟ ਕਰ ਲੈਣਾ। ਔਰ ਫਿਰ ਉਸ ਤੋਂ ਬਾਅਦ ਅਗਲੀ ਜੇ ਆਪਾਂ ਗੱਲ ਕਰੀਏ ਰਾਮਕਲੀ ਦੀ ਵਾਰ, ਰਾਮਕਲੀ ਦੀ ਵਾਰ ਨੂੰ ਜੋਧੇ ਵੀਰੇ ਰਾਮਕਲੀ ਦੀ ਵਾਰ ਨੂੰ ਜੋਧੇ ਵੀਰੇ ਕੁਰਬਾਨੀ ਦੀ ਵਾਰ ਦੀ ਧੁਨੀ ਉੱਤੇ ਗਾਉਣ ਦਾ ਉਪਦੇਸ਼ ਦਿੱਤਾ ਹੈ ਬਈ। ਰਾਮਕਲੀ ਦੀ ਵਾਰ ਨੂੰ ਜੋਧੇ ਵੀਰੇ ਕੁਰਬਾਨੀ ਦੀ ਵਾਰ ਸੀ, ਜਿਹੜੀ ਪੁਰਾਣੇ ਸਮੇਂ ਵਾਰ ਸੀਗੀ ਉਹ ਗਾਈ ਜਾਂਦੀ ਸੀ ਬਈ ਮੱਧਕਾਲ ਦੇ ਅੰਦਰ, ਜੋਧੇ ਵੀਰੇ ਕੁਰਬਾਨੀ ਦੀ ਵਾਰ। ਹੋਰ ਉਸ ਵਾਰ ਦੀ ਜਿਹੜੀ ਧੁਨ ਸੀ ਉਹਦੇ ਉੱਤੇ ਗਾਣੀ ਹੈ ਸ੍ਰੀ ਗੁਰੂ ਅਮਰਦਾਸ ਜੀ ਦੀ ਰਾਮਕਲੀ ਦੀ ਵਾਰ। ਆ ਪੁੱਛਿਆ ਜਾ ਸਕਦਾ ਵੀ ਰਾਮਕਲੀ ਦੀ ਵਾਰ ਨੂੰ ਕਿਹੜੀ ਵਾਰ ਦੀ ਧੁਨੀ ਉੱਤੇ ਗਾਉਣਾ ਹੈ? ਤੇ ਰਾਮਕਲੀ ਦੀ ਵਾਰ ਨੂੰ
ਜੋਧੇ ਵੀਰੇ ਕੁਰਬਾਨੀ ਦੀ ਵਾਰ ਦੀ ਧੁਨੀ ਉੱਤੇ ਗਾਉਣਾ ਹੈ ਤੇ ਗੁਜਰੀ ਦੀ ਵਾਰ ਨੂੰ ਸਿਕੰਦਰ ਇਬਰਾਹਿਮ ਦੀ ਵਾਰ ਦੀ ਧੁਨੀ ਉੱਪਰ ਗਾਉਣ ਦਾ ਉਪਦੇਸ਼ ਹੈ ਜਿਹੜਾ ਉਹ ਗੁਰੂ ਸਾਹਿਬਾਂ ਨੇ ਦਿੱਤਾ ਹੈ ਬਈ। ਹੁਣ ਅਖੀਰਲੀ ਜਿਹੜੀ ਇੱਕ ਗੱਲ ਹੈ ਉਹ ਹੋਰ ਕਰ ਦਿੱਤੀ ਜਾਵੇ। ਬਿਹਾਗੜੇ ਦੀ ਜਿਹੜੀ ਵਾਰ ਹੈ, ਇੱਥੇ ਥੋੜਾ ਸਮਝਣ ਦੀ ਗੱਲ ਹੈ ਬਈ। ਬਿਹਾਗੜੇ ਦੀ ਜਿਹੜੀ ਵਾਰ ਹੈ ਉਹ ਹੈ ਤਾਂ ਰਾਮਦਾਸ ਜੀ ਦੀ, ਰਾਮਦਾਸ ਜੀ, ਗੁਰੂ ਰਾਮਦਾਸ ਜੀ ਦੀ ਵਾਰ ਹੈ ਬਿਹਾਗੜੇ ਦੀ ਵਾਰ, ਪਰੰਤੂ ਇਸ ਦੇ ਅੰਦਰ ਤੀਜੇ ਪਾਤਸ਼ਾਹ ਦੇ 33 ਸ਼ਲੋਕ ਦਰਜ ਨੇ ਬਈ। ਗੁਰੂ ਰਾਮਦਾਸ ਜੀ ਦੇ ਸ਼ਲੋਕਾਂ ਤੋਂ ਬਹੁਤ ਜ਼ਿਆਦਾ ਵੱਧ ਸ਼ਲੋਕ ਹੈ। ਤਾਂ ਇੱਥੇ ਕੀ ਇਹ ਵੀ ਆ ਸਕਦਾ ਹੈ ਬਿਹਾਗੜੇ ਦੀ ਵਾਰ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਕਿੰਨੇ ਸ਼ਲੋਕ ਦਰਜ ਨੇ? 33। ਤੇ ਮੈਂ ਇਸ ਨੂੰ ਲਿਖਿਆ ਵੀ ਦਿੱਤਾ, ਥੋੜਾ ਲਿਖਿਆ ਇਸ ਸਟਾਈਲ ਨਾਲ ਕਿ ਆਪਾਂ ਨੂੰ ਯਾਦ ਰਹੇ ਜੇ। 3 ਤੀਏ ਬਣਾਤੇ, ਤੀਜਾ ਸ੍ਰੀ ਗੁਰੂ ਅਮਰਦਾਸ ਜੀ, ਔਰ ਕਿੰਨੇ 3 33 ਸ਼ਲੋਕ ਦਰਜ ਹੈ। ਬਿਹਾਗੜੇ ਦੀ ਵਾਰ ਹੈਗੀ ਤਾਂ ਰਾਮਦਾਸ ਜੀ ਦੀ, ਪਰੰਤੂ ਉਹਦੇ ਵਿੱਚ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ 33 ਸ਼ਲੋਕ ਦਰਜ ਨੇ। ਧੰਨਵਾਦ। ਆ ਸੀਗਾ ਸ੍ਰੀ ਗੁਰੂ ਅਮਰਦਾਸ ਜੀ।